प्यारे किसान वीरो प्रोग्राम मेरा पिंड मेरे खेत दे विच तुहाडा स्वागत है। जिवें तुसीं जाणदे हो कि इस प्रोग्राम के जरिए असीं तुहानूं नवीं तकनीकां संबंधी जानकारी ਵੱਖ-ਵੱਖ माहरां तो दिवाउंदे रहिंदे हां। उसे लड़ी दे विच अज असीं पहुंचे हां जिला लुधियाना दे विच। मेरे नाल बैठे ने डॉक्टर जसप्रीत कौर गिल सिद्धू जी, जिहड़े बागवानी विकास अफसर ने ते बागवानी विभाग लुधियाना दे विच अपनी सेवा निभा रहे हैं। साडी अज दी गलबात दा विशा है जो वो है बागवानी फसलों की प्रोसैसिंग ਅਤੇ मार्केटिंग। इस विषय ते आपां इन्हां तो सारी जानकारी हासिल करनी आ कि बागवानी विभाग जिहड़े किसान वीर फसलां बागवानी दीयां ला लैंदे आ जां किचन गार्डनिंग दे विच अपने फ्रूट प्लांट लगा लैंदे आ ते बाद दे विच वो फ्रूट कई वारी वाधू हो जांदा ते खराब हो जांदा, प्रोसैसिंग करके किवें उहदा वधदा असीं आमदन लै सकदे हां। यही विशा साडी अज दी गलबात दा। सो डॉक्टर जसप्रीत जी, तुहाडा स्वागत है साडे प्रोग्राम दे विच। थैंक यू जी। सब तो पहला जे आपां गल करिए प्रोसैसिंग दी, बहुत ही महत्वपूर्ण ये विषय आ। की कहना चाहोगे इहदी किन्नी कुछ महत्ता है प्रोसैसिंग दी? बागवानी फसलों ਨੂੰ ਮੁੱਖ ਰੱਖਦੇ ਹੋਏ ਜੇ ਆਪਾਂ ਗੱਲ ਕਰੀਏ ਜਿਸ ਵਿੱਚ ਫਲ, ਸਬਜ਼ੀਆਂ ਅਤੇ ਖੁੰਬਾਂ ਵੀ ਇਨਕਲੂਡਡ ਨੇ। ਜੇ ਇਹਨਾਂ ਦੀ ਪ੍ਰੋਸੈਸਿੰਗ ਨੂੰ ਜੇ ਆਪਾਂ ਸਿੰਪਲੀਫਾਈ ਵਿੱਚ ਕਹਿ ਦਈਏ ਡੱਬਾਬੰਦੀ ਜੀ, ਕਿਸਾਨਾਂ ਨੂੰ ਇਸ ਦੀ ਬਹੁਤ ਮਹੱਤਤਾ ਹੈ। ਕਿਉਂਕਿ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ, ਫਲ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਭਾਰਤ ਦੂਜੇ ਨੰਬਰ ਵਿੱਚ ਹੈ ਤੇ ਕੁੱਲ ਪੋਸਟ ਹਾਰਵੈਸਟ ਲਾਸਸ 25 ਤੋਂ 30% ਨੇ, ਜੋ ਕਿ ਟੋਟਲ ਜਾਂ ਕੁੱਲ ਪੈਦਾਵਾਰ ਦਾ ਤੀਜਾ ਹਿੱਸਾ ਬਣ ਜਾਂਦਾ ਹੈ। ਪੋਸਟ ਹਾਰਵੈਸਟ ਲਾਸਸ ਤੋਂ ਭਾਵ ਹੈ ਕਿ ਜੋ ਕਿ ਫਲ ਤੇ ਸਬਜ਼ੀਆਂ ਦੀ ਤੁੜਾਈ ਤੋਂ ਲੈ ਕੇ ਮੰਡੀਕਰਨ ਤੱਕ ਪਹੁੰਚਦੇ ਹੋਏ ਜਿਹੜੇ ਲਾਸਸ ਜਾਂ ਜਿਹੜੀ ਖਰਾਬੀ ਜਾਂ ਨੁਕਸਾਨ ਕਿਸਾਨਾਂ ਨੂੰ ਸਹਿਣਾ ਪੈਂਦਾ ਹੈ, ਉਸ ਨੂੰ ਆਪਾਂ ਕਿਵੇਂ ਘਟਾ ਸਕਦੇ ਹਾਂ। ਜੀ ਜੀ ਜੀ। ਤੇ ਇਸ ਪ੍ਰੋਸੈਸਿੰਗ ਰਾਹੀਂ ਆਪਾਂ ਪੋਸਟ ਹਾਰਵੈਸਟ ਲਾਸਸ ਨੂੰ ਘਟਾਉਂਦੇ ਹੋਏ, ਇਨਕਮ ਦੇ ਵਿੱਚ ਵਾਧਾ ਕਰਦੇ ਹੋਏ ਅਤੇ ਵੈਲਿਊ ਐਡੀਸ਼ਨ ਕਰਦੇ ਹੋਏ ਇੱਕ ਕਿਸਾਨ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਵੈਲਿਊ ਐਡੀਸ਼ਨ ਤੋਂ ਕੋਈ ਵੀ ਕਿਸਾਨ ਵੀਰ ਜਿਹੜਾ ਕਿ ਇੱਕ ਫਲ ਜਾਂ ਸਬਜ਼ੀ ਨੂੰ ਆਪਾਂ ਨਿਊਟ੍ਰੀਸ਼ਨਲ ਵੈਲਿਊ ਨੂੰ ਦੇਖਦੇ ਹੋਏ ਖਾਂਦਾ ਹੈ, ਉਸ ਨੂੰ ਵੱਖਰੇ ਪ੍ਰੋਡਕਟਸ ਅੱਗੇ ਲਿਆਏ ਜਾਣ। ਜਿਵੇਂ ਕਿ ਜੇ ਸੰਤਰੇ ਦੀ ਗੱਲ ਕਰ ਲਈਏ, ਉਹ ਆਪਾਂ ਇੱਕ ਜੂਸ, ਸਕੁਐਸ਼ ਜਾਂ ਕੈਂਡੀਆਂ ਦੇ ਰਾਹੀਂ ਵੀ ਲੈ ਸਕਦੇ ਹਾਂ, ਜਾਂ ਨਿੰਬੂ ਦੀ ਗੱਲ ਕਰੀਏ ਉਹਦਾ ਅਚਾਰ ਪਾ ਕੇ ਵੀ ਆਪਾਂ ਕਰ ਸਕਦੇ ਹਾਂ। ਇਸ ਵਿੱਚ ਵੱਖਰੇ ਪ੍ਰੋਡਕਟ ਆ ਜਾਂਦੇ ਆ ਤੇ ਇਸ ਡੱਬਾਬੰਦੀ ਨੂੰ ਬਹੁਤ ਹੀ ਮੁੱਖ ਰੱਖ ਕੇ ਬੀਬੀਆਂ ਜਾਂ ਔਰਤਾਂ ਇਸ ਚੀਜ਼ ਨੂੰ ਇੱਕ ਚਾਰ ਦੀਵਾਰੀ ਵਿੱਚ ਹੀ ਨਹੀਂ, ਇੱਕ ਵੱਡੇ ਪੱਧਰ ਤੇ ਇੱਕ ਐਂਟਰਪ੍ਰੀਨਿਓਰਸ਼ਿਪ ਨੂੰ ਅੱਗੇ ਲਿਆਉਂਦੇ ਹੋਏ ਇਹ ਪ੍ਰੋਸੈਸਿੰਗ ਜਾਂ ਡੱਬਾਬੰਦੀ ਕਰ ਸਕਦੇ ਨੇ। ਸੋ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਪ੍ਰੋਸੈਸਿੰਗ ਤੋਂ ਕੀ ਭਾਵ ਹੈ ਤੇ ਕਿੰਨੀ ਕੁ ਕਿਸਾਨ ਵੀਰਾਂ ਦੇ ਲਈ ਇਹ ਮਹੱਤਤਾ ਰੱਖਦੀ ਹੈ। ਡੱਬਾਬੰਦੀ ਕਿਸਾਨ ਵੀਰੋ ਤੁਸੀਂ ਜਾਣਦੇ ਹੀ ਹੋ कि जे असीं डब्बाबंदी किसी भी फ्रूट की वो फ्रूट करके अगे वेचते हैं तो नाले तो सानूं वध मुनाफा मिलता तो नाले साडा जिहड़ा फ्रूट वाधू हो जाता वो खराब नहीं हुंदा। सो आउण वाले समय दे विच इहदी काफ़ी महत्ता साडे लई लाहेमंद सिद्ध होगी। गल करिए जी प्रोसैसिंग दे यूनिट्स की, तुहाडा विभाग ये काम किसान वीरां नूं सिखाउंदा है ते अगे ये करके भी शायद उन्हां नूं अगे डब्बाबंदी दिंदा है। ते ਕੀ ਕਹਿਣਾ ਚਾਹੋਗੇ ਤੁਹਾਡੇ ਯੂਨਿਟ ਕਿੱਥੇ ਨੇ ਤੇ ਉੱਥੇ ਕੀ ਤੁਸੀਂ ਪ੍ਰੋਸੈਸ ਕਰਦੇ ਹੋ? ਬਾਗਬਾਨੀ ਵਿਭਾਗ ਪੰਜਾਬ ਹੇਠ 2 ਮੁੱਢਲੀਆਂ ਲੈਬੋਰੇਟਰੀਜ਼ ਚੱਲ ਰਹੀਆਂ ਨੇ। ਇੱਕ ਤਾਂ ਸਰਕਾਰੀ ਲੈਬੋਰੇਟਰੀ ਪ੍ਰੋਸੈਸਿੰਗ ਲੈਬੋਰੇਟਰੀ ਲੁਧਿਆਣਾ ਵਿਖੇ ਹੈ ਅਤੇ ਦੂਸਰੀ ਪਟਿਆਲਾ। ਇਹਨਾਂ ਦੋਨਾਂ ਲੈਬੋਰੇਟਰੀ ਵਿੱਚ ਸਾਲਾਨਾ 400 ਤੋਂ 500 ਕੁਇੰਟਲ ਫਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਤੇ ਇਹਨਾਂ ਲੈਬੋਰੇਟਰੀ ਵਿੱਚ ਕਾਫੀ ਟ੍ਰੇਨਡ ਸਟਾਫ ਹੈ, ਜਿਨ੍ਹਾਂ ਵਿੱਚੋਂ ਸਮੇਂ ਤੇ ਟ੍ਰੇਨਿੰਗ ਕੈਂਪਸ ਅਤੇ ਈਵਨ ਆਨਲਾਈਨ WhatsApp ਰਾਹੀਂ ਕਿਸਾਨ ਵੀਰ ਭੈਣਾਂ ਬੀਬੀਆਂ ਨੂੰ, ਔਰਤਾਂ ਨੂੰ ਆਉਂਦੀਆਂ ਹੋਈਆਂ ਨਵੀਆਂ ਵਿੱਤੀਆਂ ਸਹਾਇਤਾ ਅਤੇ ਕੋਈ ਪੋਸਟ ਹਾਰਵੈਸਟ ਲਾਸਸ ਨੂੰ ਮੇਨਟੇਨ ਕਰਦੇ ਹੋਏ ਕੋਈ ਪ੍ਰੋਸੈਸਿੰਗ ਦੇ ਨੁਕਤੇ ਦੱਸੇ ਜਾਂਦੇ ਹਨ। ਇਹਦੇ ਵਿੱਚ ਹੋਰ ਵੀ ਆਪਣੇ ਪ੍ਰੋਡਕਟਸ ਬਣਾਏ ਜਾਂਦੇ ਨੇ, ਜਿਵੇਂ ਕਿ ਅਚਾਰ, ਮੁਰੱਬੇ, ਚਟਨੀਆਂ, ਜੈਮ, ਜੈਲੀਜ਼ ਅਤੇ ਵੱਖ ਫਲ ਅਤੇ ਸਬਜ਼ੀਆਂ ਦੇ ਜੂਸਿਸ ਤੇ ਸਕੁਐਸ਼ਸ। ਇਹਨਾਂ ਨੂੰ ਜਿਹੜਾ ਨੈਚੁਰਲ ਪਲਪ ਜਾਂ ਸੀਜ਼ਨ ਦੇ ਅਨੁਸਾਰ, ਜਿੱਦਾਂ ਅੰਬ ਦਾ ਸੀਜ਼ਨ ਆ ਗਿਆ ਜਾਂ ਅਨਾਨਾਸ ਜਾਂ ਕੀਨੂ ਦਾ ਸੀਜ਼ਨ ਆ ਗਿਆ, ਉਹ ਆਪਾਂ ਜਦੋਂ ਉਹਨਾਂ ਦੇ ਰੇਟ ਘੱਟ ਹੁੰਦੇ ਨੇ ਉਹ ਫਲਾਂ ਦੀ ਖਰੀਦ ਕਰਕੇ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਨੈਚੁਰਲ ਉਹਦਾ ਪ੍ਰੋਡਕਟ ਜਿਹੜਾ ਪਲਪ ਆ ਐਕਸਟਰੈਕਟ ਕੀਤਾ ਜਾਂਦਾ ਅਤੇ ਉਹਦੀ TSS ਦੀ ਵੈਲਿਊ ਨੂੰ ਮੇਨਟੇਨ ਕਰਦੇ ਹੋਏ, ਜੋ ਕਿ 45 ਤੋਂ 50 ਰੱਖਣੀ ਹੁੰਦੀ ਆ ਤੇ 10% ਉਹਦੀ ਆਪ ਦੀ TSS ਵੈਲਿਊ ਹੁੰਦੀ ਆ ਨੈਚੁਰਲ ਪਲਪ ਦੀ। ਤਾਂ ਉਹਨਾਂ ਨੂੰ ਆਪਾਂ ਮੇਨਟੇਨ ਰੱਖਦੇ ਹੋਏ ਇਹ ਪ੍ਰੋਡਕਟਸ ਤਿਆਰ ਕਰਕੇ ਪ੍ਰੋਪਰ ਲੇਬਲਿੰਗ ਤੇ ਪੈਕਿੰਗ ਰਾਹੀਂ FSSAI ਦੀ ਰਜਿਸਟ੍ਰੇਸ਼ਨ ਤੇ ਲਾਇਸੈਂਸ ਨੰਬਰ ਲੈਂਦੇ ਹੋਏ ਉਹਦੀ ਬ੍ਰਾਂਡਿੰਗ ਕਰਕੇ ਇਹਨੂੰ ਆਪਾਂ ਮੁਹੱਈਆ ਕਿਸਾਨਾਂ ਨੂੰ ਮੁਹੱਈਆ ਕਰਾਉਂਦੇ ਬਹੁਤ ਵਾਜਿਬ ਰੇਟ ਤੇ ਇਹ ਕਿਸਾਨ ਅਤੇ ਬੀਬੀਆਂ ਆਪਣੇ ਕੋਈ ਵੀ ਬਾਗਬਾਨੀ ਵਿਕਾਸ ਅਫਸਰ ਬਲਾਕ ਲੈਵਲ ਤੇ ਜਾਂ ਜ਼ਿਲ੍ਹਾ ਪੱਧਰੀ ਤੇ
ਆਪਣੇ ਡਿਪਟੀ ਡਾਇਰੈਕਟਰ ਹਾਰਟੀਕਲਚਰ ਦੇ ਆਫਿਸ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਨੇ। ਬਹੁਤ ਵਧੀਆ ਗੱਲ ਹੈ ਕਿ ਇਹ ਜਿਹੜੀ ਕੋਈ ਬਚਦੀ ਖੁਚਦੀ ਸਬਜ਼ੀ ਜ਼ਿਆਦਾ ਆ ਸਾਡੇ ਕੋਲ, ਉਹਦਾ ਅਸੀਂ ਅੱਗੇ ਬਾਈ ਪ੍ਰੋਡਕਟ ਬਣਾ ਕੇ ਅੱਜ ਬਹੁਤ ਸਾਰੇ ਪੰਜਾਬ ਦੇ ਵਿੱਚ ਸੈਲਫ ਹੈਲਪ ਗਰੁੱਪ ਕਿਸਾਨ ਬੀਬੀਆਂ ਦੇ ਚੱਲ ਰਹੇ ਆ। ਤੁਸੀਂ ਕਿਸਾਨ ਮੇਲਿਆਂ ਦੇ ਉੱਤੇ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਸਟਾਲਸ ਲੱਗੀਆਂ ਉਹ ਸਾਰੀਆਂ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਦੇ ਨਾਲ ਉਹ ਜੁੜੇ ਹੋਏ ਲੋਕ ਨੇ। ਉਹ ਟ੍ਰੇਨਿੰਗ ਲੈਂਦੇ ਆ ਤੇ ਟ੍ਰੇਨਿੰਗ ਲੈ ਕੇ ਆਪਣਾ ਕੰਮ ਜਿਹੜਾ ਉਹਨੂੰ ਅੱਗੇ ਵਧਾਉਂਦੇ ਆ ਤੇ ਮੇਲੇ ਦੇ ਵਿੱਚ ਲਿਆ ਕੇ ਉਹ ਆਪਣੇ ਪ੍ਰੋਡਕਟ ਸਟਾਲ ਲਾਉਂਦੇ ਆ ਤੇ ਵਾਧੂ ਆਮਦਨ ਲੈਂਦੇ ਆ। ਸੋ ਟ੍ਰੇਨਿੰਗ ਦੀ ਗੱਲ ਆਪਾਂ ਡਾਕਟਰ ਸਾਹਿਬ ਤੋਂ ਪੁੱਛੀਏ ਕਿ ਇਹ ਸਾਰੇ ਕਾਸੇ ਦੇ ਲਈ ਘਰ ਦੇ ਵਿੱਚ ਕਿਸੇ ਨੇ ਕਰਨਾ ਹੋਵੇ, ਕਿਸੇ ਨੇ ਗਰੁੱਪ ਬਣਾ ਕੇ ਕਰਨਾ ਹੋਵੇ ਤਾਂ ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਆ। ਸੋ ਟ੍ਰੇਨਿੰਗ ਕਿੱਥੇ ਕਿੱਥੇ ਦਿੰਦੇ ਹੋ ਤੇ ਕਿੰਨੇ ਕਿੰਨੇ ਦਿਨਾਂ ਦੀ ਟ੍ਰੇਨਿੰਗ ਆ ਉਹ, ਇਹਦੀ ਸੰਬੰਧੀ ਵਿਸਥਾਰ ਨਾਲ ਦੱਸੋ। ਬਾਗਬਾਨ ਵਿਭਾਗ ਦੀਆਂ 2 ਚੱਲ ਰਹੀਆਂ ਲੈਬਾਂ, ਸਰਕਾਰੀ ਫਲ ਸੁਰੱਖਿਆ ਲੈਬ ਲੁਧਿਆਣਾ ਅਤੇ ਪਟਿਆਲਾ, 1 ਮਹੀਨੇ ਵਿੱਚ 4 ਤੋਂ 5 ਟ੍ਰੇਨਿੰਗਸ ਆਰਗੇਨਾਈਜ਼ ਕਰਦੀਆਂ ਨੇ। ਇਹ ਪਿੰਡ ਪੱਧਰ ਤੇ ਨੇ, ਪੰਚਾਇਤ ਨਾਲ ਰਾਬਤਾ ਕਰਕੇ ਜਾਂ ਫਿਰ FPO ਜਿੱਦਾਂ ਤੁਸੀਂ ਹੁਣੀ ਜ਼ਿਕਰ ਕੀਤਾ, FPO ਸੈਲਫ ਹੈਲਪ ਗਰੁੱਪਸ ਜਾਂ ਪੰਚਾਇਤੀ ਗਰੁੱਪਸ ਜਿਹੜੇ ਬਣੇ ਹੋਏ ਨੇ ਸਾਡੇ, ਅਸੀਂ ਉਹਨਾਂ ਨਾਲ ਰਾਬਤਾ ਕਰਕੇ ਪਿੰਡ ਪੱਧਰ ਤੇ ਜੇ ਉਹ ਚਾਹਣ ਤੇ ਸਾਡੇ ਲੈਬਾਂ ਤੇ ਆ ਕੇ ਵੀ, ਸਾਡੀ ਲੈਬਸ ਤੇ ਟੈਕਨੀਕਲ ਜਿਹੜਾ ਸਟਾਫ ਹੈ ਉਹਦੇ ਤੋਂ ਵੀ ਟ੍ਰੇਨਿੰਗਸ ਤੇ ਕੈਂਪਸ ਦੇ ਥਰੂ ਆਪਣੀ ਸਾਰੀ ਸਹਾਇਤਾ ਲੈ ਸਕਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਇੰਸਟੀਟਿਊਸ਼ਨਲ ਜਾਂ ਸਕੂਲਸ ਜਾਂ ਕਾਲਜਸ ਦੀ ਗੱਲ ਕਰੀਏ, ਜਿਹੜੇ ਕਿ ਸਬਜੈਕਟ FT ਹੋ ਗਿਆ, ਫੂਡ ਟੈਕਨੋਲੋਜੀ ਜਾਂ ਕੁਕਰੀ ਹੋ ਗਿਆ ਜਾਂ ਹੋਮ ਸਾਇੰਸ ਹੋ ਗਿਆ, ਇਹਨਾਂ ਬੱਚਿਆਂ ਨੂੰ ਲੈਬ 'ਚ ਆਪਣਾ ਇਨਵਾਈਟ ਕਰਕੇ ਜਾਂ ਉਹਨਾਂ ਦੇ ਸਕੂਲ ਜਾਂ ਕਾਲਜਸ 'ਚ ਜਾ ਕੇ ਵੀ ਟ੍ਰੇਨਿੰਗ ਮੁਹੱਈਆ ਕਰਾਈ ਜਾਂਦੀ ਹੈ। ਈਵਨ ਕਿ ਬੀਬੀਆਂ ਕੋਲ ਸਮਾਰਟਫੋਨਸ ਨੇ, ਸਾਡੇ ਵੱਲੋਂ ਜੇ ਕੋਈ ਵਿੱਤੀ ਸਹਾਇਤਾ ਜਾਂ ਕੋਈ ਨਵੀਆਂ ਸਕੀਮਸ ਜਾਂ ਪ੍ਰੋਜੈਕਟਸ ਜਾਂ ਕੋਈ ਹੋਰ ਇੰਟਰੋਡਕਸ਼ਨ ਹੁੰਦੀ ਹੈ ਵਿਭਾਗ ਵਿੱਚ, ਉਹਨਾਂ ਨੂੰ ਵੀ WhatsApp ਰਾਹੀਂ ਵੀ ਕੀਤਾ ਜਾਂਦਾ ਹੈ ਤੇ ਪਿੰਡ ਪੱਧਰ ਤੇ ਕੈਂਪਸ ਤੇ ਟ੍ਰੇਨਿੰਗਸ ਤਾਂ ਆਰਗੇਨਾਈਜ਼ ਕੀਤੀਆਂ ਹੀ ਜਾਂਦੀਆਂ ਨੇ। ਭਾਵੇਂ ਤੁਸੀਂ ਆਪ ਇਕੱਠੇ ਹੋ ਕੇ ਪਿੰਡ ਪੱਧਰ ਤੇ ਟ੍ਰੇਨਿੰਗ ਲਵਾ ਸਕਦੇ ਹੋ ਜੇ ਜ਼ਿਆਦਾ ਪਾਰਟਿਸਿਪੈਂਟ ਹੁੰਦੇ ਆ, ਤੇ ਜੇ ਥੋੜ੍ਹੇ ਆ ਤਾਂ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਵੀ ਟ੍ਰੇਨਿੰਗ ਲੈ ਸਕਦੇ ਹੋ। ਬਹੁਤ ਵਧੀਆ ਗੱਲ ਆ, ਕਿਉਂਕਿ ਟ੍ਰੇਨਿੰਗ ਤੋਂ ਬਿਨਾ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ। ਜੇ ਅਸੀਂ ਕਹਿ ਲਈਏ ਵੀ ਅਸੀਂ ਅਚਾਰ ਬਣਾਉਣ ਲੱਗ ਜੀ, ਉਹਦੇ ਵਿੱਚ ਕਿੰਨਾ ਮਸਾਲਾ ਪਾਉਣਾ ਹੈ, ਤਾਂ ਸਾਨੂੰ ਟ੍ਰੇਨਿੰਗ ਤੋਂ ਹੀ ਪਤਾ ਲੱਗਣਾ ਕਿ ਅਸੀਂ ਕਿੰਨਾ ਕੁ ਪਾਈਏ ਤਾਂ ਕਿ ਉਹ ਸਵਾਦਿਸ਼ਟ ਬਣੇ। ਸੋ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਜਸਪ੍ਰੀਤ ਜੀ ਇੱਕੋ ਜ਼ਰੂਰ ਦੱਸਿਓ ਕਿ ਟ੍ਰੇਨਿੰਗ ਦਾ ਕੋਈ ਪੈਸਾ ਤਾਂ ਨਹੀਂ ਲੱਗਦਾ ਤੁਹਾਡੇ ਕੋਲ ਜਦੋਂ ਲੈਣ ਆਉਂਦੇ ਆ ਕੋਈ? ਨਹੀਂ ਬਿਲਕੁਲ ਨੋ ਕਾਸਟ ਐਟ ਆਲ। ਕੋਈ ਈਵਨ ਕਿ ਕੋਈ ਬੇਸਿਕ ਕੁਆਲੀਫਿਕੇਸ਼ਨ ਦਾ ਕ੍ਰਾਈਟੇਰੀਆ ਵੀ ਨਹੀਂ ਹੈਗਾ ਇਹਦੇ ਵਿੱਚ। ਘਰੇਲੂ ਬੀਬੀਆਂ, ਆਪਣੇ ਕੋਈ ਲੈਂਡਲੈਸ ਕਿਸਾਨ ਹੋ ਗਏ, ਬਿਲਕੁਲ ਫ੍ਰੀ ਆਫ ਕਾਸਟ ਸਾਡੀਆਂ ਟ੍ਰੇਨਿੰਗਸ ਮੁਹੱਈਆ ਕਰਾਈਆਂ ਜਾਂਦੀਆਂ ਨੇ। ਕਿਸੇ ਵੀ ਜਗ੍ਹਾ ਤੇ, ਕਿਸੇ ਪਿੰਡ 'ਚ, ਕਿਸੇ ਕੋਈ ਪੰਚਾਇਤੀ ਜਗ੍ਹਾ ਤੇ ਜਿੱਥੇ ਵੀ ਆਰਗੇਨਾਈਜ਼ ਕਰਾਉਣਾ ਚਾਹਣ, ਇਹ ਸਾਨੂੰ ਸੰਪਰਕ ਕਰ ਸਕਦੇ ਨੇ ਤੇ ਅਸੀਂ ਉੱਥੇ ਜਾ ਕੇ ਟ੍ਰੇਨਿੰਗ ਦੇ ਸਕਦੇ ਹਾਂ। ਜੇ ਉਹਨਾਂ ਦੀ ਫੈਸਿਲਿਟੀ ਕੋਈ ਪੰਚਾਇਤ, ਉਹਨਾਂ ਦੇ ਗਰੁੱਪਸ ਜਾਂ FPOs ਜਾਂ ਸੈਲਫ ਹੈਲਪ ਗਰੁੱਪ ਰਾਹੀਂ ਜੇ ਉਹ ਆ ਕੇ ਯੂਨੀਵਰਸਿਟੀ 'ਚ ਜਾਂ ਸਾਡੇ ਬਾਗਬਾਨੀ ਵਿਭਾਗ ਵਿੱਚ ਲੈਣਾ ਚਾਹਣ ਟ੍ਰੇਨਿੰਗ, ਤਾਂ ਵੀ ਦੇ ਆਰ ਮੋਸਟ ਵੈਲਕਮ। ਇੱਦਾਂ ਦੀ ਕੋਈ ਰਿਕੁਆਇਰਮੈਂਟ ਬੇਸਿਕ ਨਹੀਂ ਹੈ। ਚਾਹੇ ਕੋਈ ਵੀ ਕਿਸਾਨ ਬੀਬੀ ਜਾਂ ਕਿਸਾਨ ਜਿਹੜੇ ਨਹੀਂ ਪੜ੍ਹੇ, ਉਹ ਵੀ ਇਹ ਟ੍ਰੇਨਿੰਗ ਲੈ ਕੇ ਆਪਣਾ ਕੰਮ ਵੱਡੇ ਪੱਧਰ ਤੇ ਕਰ ਸਕਦੇ ਆ। ਸੋ ਆਪਾਂ ਗੱਲ ਕਰਦੇ ਸੀ ਪ੍ਰੋਸੈਸਿੰਗ ਦੀ। ਵਿੱਤੀ ਸਹਾਇਤਾ ਪ੍ਰੋਸੈਸਿੰਗ ਦੇ ਲਈ ਲੋੜ ਪੈਂਦੀ ਹੈ ਕਿਸਾਨ ਵੀਰਾਂ ਨੂੰ, ਕਿਉਂਕਿ ਕਾਫੀ ਪੈਸਾ ਲੱਗ ਜਾਂਦਾ, ਕਿਉਂਕਿ ਡੱਬੇ ਵੀ ਖਰੀਦਣੇ ਹੁੰਦੇ ਆ ਜਾਂ ਸ਼ੀਸ਼ੀਆਂ ਖਰੀਦਣੀਆਂ ਜਿਨ੍ਹਾਂ ਦੇ ਵਿੱਚ ਪੈਕ ਕਰਨਾ, ਪੈਸਾ ਬਹੁਤ ਲੱਗਦਾ ਹੈ। ਸੋ ਕੋਈ ਵਿੱਤੀ ਸਹਾਇਤਾ ਵੀ ਤੁਹਾਡਾ ਵਿਭਾਗ ਉਹਨਾਂ ਨੂੰ ਕਰਵਾ ਦਿੰਦਾ ਹੈ? ਬਾਗਬਾਨੀ ਵਿਭਾਗ ਪੰਜਾਬ ਵੱਲੋਂ ਬਹੁਤ ਪ੍ਰੋਜੈਕਟਸ ਤੇ ਸਕੀਮਸ ਇਸ ਵੇਲੇ ਚੱਲ ਰਹੀਆਂ ਨੇ ਜੀ। ਪੈਕ ਹਾਊਸਸ ਤੇ ਸਾਡੇ ਵਿਭਾਗ ਵੱਲੋਂ 2 ਲੱਖ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇੰਟੀਗ੍ਰੇਟਿਡ ਪੈਕ ਹਾਊਸ ਦੀ ਜੇ ਗੱਲ ਕਰੀਏ, ਜਿਹਦੇ ਵਿੱਚ ਸੌਟਰਸ, ਗ੍ਰੇਡਰਸ, ਵਾਸ਼ਰਸ ਜਾਂ ਡਰਾਇਰਸ ਵੀ ਇਨਕਲੂਡਡ ਹੋਣ, ਉਹ ਮਸ਼ੀਨਾਂ, ਵੇਇੰਗ ਵਾਲੀਆਂ ਮਸ਼ੀਨਸ ਵੀ ਜਿਹ 'ਚ ਹੋਣ, ਉਹਨਾਂ 'ਚ 35% ਦੀ ਸਬਸਿਡੀ ਸਾਡੇ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਹਦੇ ਵਿੱਚ DPR ਦੀ ਰਿਕੁਆਇਰਮੈਂਟ ਆ, ਡਿਟੇਲ ਪ੍ਰੋਜੈਕਟ ਰਿਪੋਰਟ, ਉਹ ਆਪਾਂ ਨੂੰ ਅਪਲੋਡ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਕੋਲਡ ਸਟੋਰ ਸਾਡੇ 2 ਪ੍ਰਕਾਰ ਦੇ ਆ ਜਾਂਦੇ ਵਿਭਾਗ ਵਿੱਚ, ਟਾਈਪ 1 ਤੇ ਟਾਈਪ 2। ਟਾਈਪ 1 ਵਿੱਚ ਹੈਗਾ ਇੱਕ ਟੈਂਪਰੇਟ ਜ਼ੋਨ ਤੁਸੀਂ ਮੇਨਟੇਨ ਕਰਨਾ ਹੁੰਦਾ, ਜਿਵੇਂ ਕਿ ਆਪਾਂ ਗੱਲ ਕਰੀਏ ਆਲੂਆਂ ਦਾ ਕੋਲਡ ਸਟੋਰ, ਉਹਦੇ 35% ਦੀ ਸਬਸਿਡੀ ਹੈਗੀ ਆ ਤੇ ਵੱਧ ਤੋਂ ਵੱਧ ਜਿਹੜੀ ਕਪੈਸਿਟੀ ਹੈਗੀ 5000 ਮੈਟ੍ਰਿਕ ਟਨ ਦੀ। ਤੇ ਜੇ ਟਾਈਪ 2 ਦੀ ਗੱਲ ਕਰੀਏ, ਉਹਦੇ ਵਿੱਚ 6 ਚੈਂਬਰਸ ਤੇ ਵੱਖੋ ਵੱਖ ਟੈਂਪਰੇਟ ਜ਼ੋਨ ਮੇਨਟੇਨ ਕੀਤੇ ਜਾ ਸਕਦੇ ਆ, ਜਿਹਦਾ ਵਿੱਚ ਜਿਹੜੇ ਕਿ ਕਿਸਾਨ ਲਾਹੇਵੰਦ, ਆਪਣੇ ਫਲ ਤੇ ਸਬਜ਼ੀਆਂ ਲਈ ਬਹੁਤ ਲਾਹੇਵੰਦ ਆ, ਉਹਦੇ ਤੇ 35% ਦੀ ਸਬਸਿਡੀ ਆ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਰਾਈਪਨਿੰਗ ਚੈਂਬਰਸ ਦੀ। ਜੀ ਰਾਈਪਨਿੰਗ ਚੈਂਬਰਸ 'ਚ ਆਪਣੇ ਇਥਾਈਲੀਨ ਨਾਲ ਜਿਹੜੇ ਜਨਰੇਟਰਸ ਜਾਂ ਆਟੋ ਪੰਪਸ ਹੁੰਦੇ ਨੇ, ਉਹ ਸਲੋਲੀ ਗੈਸ ਰਿਲੀਜ਼ ਕਰਕੇ ਕਿਵੇਂ ਆਪਾਂ ਆਪਣੇ ਫਲ ਨੂੰ ਪਕਾਉਣਾ ਆ ਸੇਫ ਢੰਗ ਵਿੱਚ, ਜਿਹੜੇ ਕਿ ਆਪਣੇ ਨੁਕਸਾਨਦਾਇਕ ਨਾ ਹੋਣ, ਹਾਨੀਕਾਰਕ ਨਾ ਹੋਣ,
ਉਹਨਾਂ ਨੂੰ ਆਪਾਂ ਜਦ ਕਿ ਆਪਾਂ ਸਭ ਜਾਣਦੇ ਆ ਪੜ੍ਹੇ ਲਿਖੇ ਆ ਕਿ ਕੈਲਸ਼ੀਅਮ ਕਾਰਬਾਈਡ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਫਲਾਂ ਨੂੰ ਪਕਾਉਣ ਲਈ। ਬਿਲਕੁਲ ਜਿਹੜਾ ਕਿ ਜਿੰਨੀ ਆਪਾਂ ਗੱਲ ਕਰ ਲਈਏ ਉਹ ਸਭ ਤੋਂ ਨੁਕਸਾਨਦਾਇਕ ਹੈ। ਇਸ ਚੀਜ਼ ਨੂੰ ਅਵੋਇਡ ਕਰਦੇ ਹੋਏ ਰਾਈਪਨਿੰਗ ਚੈਂਬਰਸ ਤੇ ਸਬਸਿਡੀ 35% ਦੀ ਹੈ। ਉਸ ਤੋਂ ਬਾਅਦ ਰੀਫਰ ਵੈਨਸ, ਜੇ ਉਹ ਆਪਾਂ ਟਰਾਂਸਪੋਰਟੇਸ਼ਨ ਆਪਾਂ ਪੈਕਿੰਗ ਕਰ ਲਈ, ਲੇਬਲਿੰਗ ਕਰ ਲਈ, ਸੌਰਟਿੰਗ ਕਰ ਲਈ, ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਆਪਾਂ ਇਸ ਪ੍ਰੋਡਕਟ ਨੂੰ ਅੰਡਰ FSSAI ਵਿੱਚ ਰਜਿਸਟ੍ਰੇਸ਼ਨ ਕਰਕੇ ਉਹਦਾ ਲਾਇਸੈਂਸ ਨੰਬਰ ਜਦੋਂ ਉਹਦੇ ਤੇ ਲਗਾ ਦਿੰਨੇ ਆ, ਪ੍ਰਿੰਟਿੰਗ ਕਰਾ ਦਿੰਨੇ ਆਪਣੇ ਪ੍ਰੋਡਕਟ ਤੇ, ਉਹਦਾ ਬ੍ਰਾਂਡ ਨੇਮ ਪ੍ਰੋਪਰ ਕਰ ਦਿੰਨੇ ਆ, ਹੁਣ ਉਸ ਚੀਜ਼ ਨੂੰ ਟਰਾਂਸਪੋਰਟ ਕਰਨ ਦੀ ਰਿਕੁਆਇਰਮੈਂਟ ਆ ਜਾਂਦੀ ਆ, ਜਿਹਦੇ ਲਈ ਸਾਡੇ ਵਿਭਾਗ ਵੱਲੋਂ ਰੀਫਰ ਵੈਨਸ ਵੀ ਤਿਆਰ ਕੀਤੀਆਂ ਗਈਆਂ ਨੇ ਤੇ ਉਹਦੇ ਤੇ ਵੀ 35% ਦੀ ਸਬਸਿਡੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਜਿਵੇਂ ਇਹਨਾਂ ਨੇ ਦੱਸਿਆ ਕਿ ਕੋਲਡ ਸਟੋਰੇਜ ਜਾਂ ਕੋਲਡ ਸਟੋਰ ਦੀ ਸਹਾਇਤਾ ਇਹ ਦੇ ਰਿਹਾ ਬਣਾਉਣ ਦੇ ਉੱਤੇ, ਭਾਵੇਂ ਉਹ ਵੱਡਾ ਬਣਾਉਣਾ ਤੇ ਭਾਵੇਂ ਛੋਟਾ ਬਣਾਉਣਾ, ਤੇ ਉਸ ਤੋਂ ਬਾਅਦ ਤੁਸੀਂ ਭਾਵੇਂ ਫਰੂਟ ਨੂੰ ਪਕਾਉਣਾ ਆ ਉਹਦੇ ਲਈ ਵੀ ਇਹ ਤੁਹਾਨੂੰ ਚੈਂਬਰ ਬਣਾਉਣ ਲਈ ਸਬਸਿਡੀ ਦੇ ਰਹੇ ਆ, ਅੱਗੇ ਡੱਬਾਬੰਦੀ ਕਰਨੀ ਉਹਦੇ ਤੇ ਵੀ ਸਬਸਿਡੀ ਦੇ ਰਹੇ ਆ। ਸੋ ਪੈਰ ਤੇ ਸਹਾਇਤਾ ਤੁਹਾਡੇ ਲਈ ਹੈਗੀ ਆ। ਲੋੜ ਹੈ ਤੁਹਾਨੂੰ ਹਿੰਮਤ ਮਾਰਨ ਦੀ, ਹੰਬਲਾ ਮਾਰਨ ਦੀ। ਤੁਸੀਂ ਬਾਗਬਾਨੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਨਾਲ ਜਾ ਕੇ ਰਾਬਤਾ ਜ਼ਰੂਰ ਕਾਇਮ ਕਰੋ, ਕਿਉਂਕਿ ਜਸਪ੍ਰੀਤ ਜੀ ਗੱਲ ਹੈ ਵੀ ਜੇ ਕਿਸਾਨ ਵੀਰਾਂ ਨੇ ਆਪਣੀ ਆਮਦਨ ਦੇ ਵਿੱਚ ਵਾਧਾ ਕਰਨਾ ਤਾਂ ਕਣਕ ਝੋਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ। ਸੋ ਫਸਲੀ ਚੱਕਰ ਤੋੜਨਾ ਵੀ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ। ਆਉਣ ਵਾਲੇ ਸਮੇਂ ਦੇ ਵਿੱਚ ਬਾਗਬਾਨੀ ਫਸਲਾਂ ਲਗਾਉਣੀਆਂ ਵੀ ਬਹੁਤ ਜ਼ਰੂਰੀ ਹੈ ਜੇ ਸਾਡੀ ਆਮਦਨ ਦੇ ਵਿੱਚ ਵਾਧਾ ਕਰਨਾ, ਤੇ ਫਸਲੀ ਵਿਭਿੰਨਤਾ ਦੇ ਲਈ ਇਹ ਹੈ ਵੀ ਬਹੁਤ ਜ਼ਰੂਰੀ। ਤੁਸੀਂ ਬਹੁਤ ਵਧੀਆ ਇੱਕ ਪੁਆਇੰਟ ਰੇਜ਼ ਕੀਤਾ ਕਿ ਕਨਵੈਨਸ਼ਨਲ ਫਾਰਮਿੰਗ ਤੋਂ ਆਪਾਂ ਨੂੰ ਨਿਕਲਣਾ ਪੈਣਾ ਹੈ। ਜੀ ਬਟ ਆਈ ਥਿੰਕ ਇਹ ਡਿਬੇਟ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਜੀ ਤੇ ਆਪਣੇ ਕਿਸਾਨ ਵੀਰ ਭੈਣ ਇਹਦੇ ਤੋਂ ਨਿਕਲੇ ਵੀ ਨੇ, ਮੇਰੀ ਨੌਲੇਜ 'ਚ ਕਾਫੀ ਨੇ, ਤੇ ਇਹ ਬਾਗਬਾਨੀ ਵਿਭਾਗ ਵਿੱਚ ਨਾਲ ਜੁੜ ਕੇ ਜੋ ਕਰ ਰਹੇ, ਬਟ ਇਹਦੇ ਨਾਲ ਆਪਾਂ ਨੂੰ ਹੁਣ ਫॉर ਐਗਜ਼ਾਮਪਲ ਆਪਾਂ ਪਿੰਡਾਂ 'ਚ ਹਰੇਕ ਬੰਦੇ ਕੋਲ ਸਮਾਰਟਫੋਨਸ ਨੇ। ਹਾਂਜੀ, ਸਮਾਰਟ ਵਾਚਸ ਨੇ, ਆਪਾਂ ਵੀ ਸਮਾਰਟ ਵਾਚ ਪਾਈ ਹੈ, ਸਮਾਰਟਫੋਨਸ ਰੱਖੇ ਹੋਏ ਨੇ। ਕਿਉਂ ਨਾ ਆਪਾਂ ਸਮਾਰਟ ਖੇਤੀ ਵੱਲ ਚੱਲੀਏ? ਹਾਂ, ਇਹ ਇੱਕ ਸਭ ਤੋਂ ਵੱਡਾ ਮੁੱਦਾ ਹੈ ਕਿ ਕਿਉਂ ਨਾ ਆਪਾਂ ਸਮਾਰਟ ਖੇਤੀ ਵੱਲ ਮੂਵ ਕਿਉਂ ਨਹੀਂ ਕਰ ਰਹੇ ਜੀ। ਸਮਾਰਟ ਖੇਤੀ ਤੋਂ ਕੀ ਪਾਵਾ, ਜੋ ਆਨਲਾਈਨ ਆਪਣੀਆਂ ਵਿੱਤੀ ਸਹਾਇਤਾ ਜਾਂ ਸਬਸਿਡੀਜ਼ ਜਾਂ ਪ੍ਰੋਜੈਕਟਸ ਚੱਲ ਰਹੇ ਨੇ, ਤੁਸੀਂ ਵਿਭਾਗ ਨਾਲ ਜੁੜੇ ਹੋਏ ਹੋ, ਤੇ ਉਹਨਾਂ ਨਾਲ ਕਿਉਂ ਨਹੀਂ ਆਪਾਂ ਉਹ ਆਪਟ ਕਰਕੇ WhatsApp ਰਾਹੀਂ, ਫੋਨਾਂ ਰਾਹੀਂ, ਐਂਡ ਵਾਈ ਨਾਟ ਕਿ ਆਪਾਂ ਰਜਿਸਟ੍ਰੇਸ਼ਨ ਨੰਬਰ ਲੈ ਕੇ ਕਿਉਂ ਨਾ ਪ੍ਰੋਸੈਸਿੰਗ ਕਰਦੇ ਹੋਏ ਇਸ ਚੀਜ਼ ਨੂੰ ਆਪਾਂ ਅੱਗੇ ਲਈਏ। ਸਮਾਰਟ ਖੇਤੀ ਕਰਨ ਦੀ ਜਿਹੜੀ ਆਈ ਥਿੰਕ ਲੋੜ ਹੈ ਉਹ ਬੇਸਿਕ ਹੋ ਗਈ ਹੈ ਹੁਣ ਅੱਜ ਕੱਲ। ਇਹ ਇੱਕ ਰਿਕੁਆਇਰਮੈਂਟ ਦੇ ਨਾਲ ਇੱਕ ਨੀਡ ਬਣ ਗਈ ਹੈ। ਆਮਦਨ ਤਾਂ ਹੀ ਹੋਊਗੀ ਜੇ ਥੋੜੀ ਜਿਹੀ ਅਸੀਂ ਮਿਹਨਤ ਕਰਕੇ ਫਸਲੀ ਵਿਭਿੰਨਤਾ ਦੇ ਵਿੱਚ ਬਾਗਬਾਨੀ ਨੂੰ ਲਿਆਵਾਂਗੇ। ਸੋ ਬਾਗਬਾਨੀ ਦੇ ਵਿੱਚੋਂ ਵੀ ਹੋਰ ਵਧੇਰੇ ਆਮਦਨ ਕਿਵੇਂ ਲੈਣੀ ਆ, ਉਹ ਹੈ ਬਾਅਦ ਦੇ ਵਿੱਚ ਉਹਦੀ ਪ੍ਰੋਸੈਸਿੰਗ ਤੇ ਡੱਬਾਬੰਦੀ ਕਰਨ ਤੋਂ ਬਾਅਦ ਮਾਰਕੀਟ ਕਰਨ ਬਾਰੇ। ਸੋ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੀ ਆਮਦਨ ਦੇ ਵਿੱਚ ਵਾਧਾ ਕਰਨਾ। ਸੋ ਡਿਪਾਰਟਮੈਂਟ ਦੀਆਂ ਕੋਈ ਹੋਰ ਸਕੀਮਾਂ ਸਾਡੇ ਕਿਸਾਨ ਵੀਰਾਂ ਦੀ ਭਲਾਈ ਦੇ ਲਈ ਚੱਲਦੀਆਂ ਹੋਣ। ਬਾਗਬਾਨੀ ਵਿਭਾਗ ਵੱਲੋਂ ਜਿਹੜੀਆਂ ਸਕੀਮਸ ਆਲਰੇਡੀ ਆਪਣੀਆਂ ਪ੍ਰੋਸੈਸਿੰਗ ਰਿਗਾਰਡਿੰਗ ਰੀਫਰ ਵੈਨਸ, ਚੈਂਬਰਸ ਜਾਂ ਕੋਲਡ ਸਟੋਰਸ ਚੱਲ ਰਹੇ ਨੇ, ਉਹ ਮੈਂ ਤੁਹਾਡੇ ਨਾਲ ਪਹਿਲਾਂ ਹੀ ਡਿਸਕਸ ਕਰ ਚੁੱਕੀ ਹਾਂ। ਉਸ ਤੋਂ ਇਲਾਵਾ ਮਸ਼ੀਨਰੀ ਤੇ ਵੀ ਆਪਣੀ ਸਬਸਿਡੀ ਦਿੱਤੀ ਜਾਂਦੀ ਹੈ। ਅੱਛਾ ਜੀ। ਜਿਵੇਂ ਕਿ ਛੋਟੇ ਟਰੈਕਟਰ ਹੋ ਗਏ, ਉਹਨਾਂ ਤੇ ਵੀ 35 ਤੋਂ 40% ਦੀ ਸਬਸਿਡੀ ਹੈ। ਉਸ ਤੋਂ ਇਲਾਵਾ ਟਰੈਕਟਰ ਮਾਊਂਟਡ ਸਪਰੇ ਪੰਪਸ ਹੋ ਗਏ, ਜਿਹੜੇ ਵੱਡੇ ਸਪਰੇ ਪੰਪ ਨੇ ਜੀ, ਉਹਦੇ ਤੇ 50,000 ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਸ ਤੋਂ ਇਲਾਵਾ ਛੋਟੇ ਸਪਰੇ ਪੰਪ 16 ਲੀਟਰ ਵਾਲੇ, ਉਹਨਾਂ ਤੇ ਵੀ 40 ਤੋਂ 50% ਦੀ ਸਬਸਿਡੀ ਮੁਹੱਈਆ ਕਰਾਈ ਜਾਂਦੀ ਹੈ। ਫਿਰ ਇਸ ਤੋਂ ਬਾਅਦ ਅੱਜ ਦਾ ਇੱਕ ਜਿਹੜੀ ਆਪਾਂ ਦੇਖ ਲਈਏ ਡੇ ਟੂ ਡੇ ਸਮੇਂ ਤੋਂ ਸਮੇਂ ਆਪਣਾ ਆਰਗੈਨਿਕ ਕਹਿ ਲਈਏ ਜਾਂ ਜੈਵਿਕ ਖੇਤੀ ਕਹਿ ਲਈਏ, ਉਸ ਨੂੰ ਪ੍ਰਮੋਟ ਕਰਨ ਲਈ ਆਪਣੇ ਵਰਮੀ ਕੰਪੋਸਟ ਯੂਨਿਟ ਦੇ ਵੀ ਸਬਸਿਡੀ ਦਿੱਤੀ ਜਾਂਦੀ ਹੈ, ਜੋ ਕਿ 50,000 ਤੱਕ ਦੀ ਹੈ ਜੀ। ਇਸ ਵਾਰੀ ਆਪਣੇ ਜੋ ਮਾਨਯੋਗ ਬਾਗਬਾਨੀ ਮੰਤਰੀ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਵੱਲੋਂ ਉਹਨਾਂ ਦੀ ਅੰਡਰਏਬਲ ਗਾਈਡੈਂਸ ਇੱਕ ਕਨਾਲ ਦੇ ਪੋਲੀ ਹਾਊਸ ਪੂਰੇ ਪੰਜਾਬ ਵਿੱਚ ਲਗਾਏ ਜਾ ਰਹੇ ਨੇ, ਜੋ ਕਿ 90% ਦੀ ਸਬਸਿਡੀ ਦੇ ਉੱਤੇ ਹਨ। ਇੱਕ ਕਿਸਾਨ ਵੱਲੋਂ ਸਿਰਫ 10% ਦਾ ਇਨਪੁਟ ਦਿੱਤਾ ਜਾ ਰਿਹਾ ਹੈ ਤੇ ਇੰਟਾਇਰਲੀ 90% ਦੀ ਸਬਸਿਡੀ ਵਿਭਾਗ ਵੱਲੋਂ ਮੁਹੱਈਆ ਕਰਾਉਂਦੇ ਹੋਏ ਪੂਰੇ ਪੰਜਾਬ ਵਿੱਚ ਇੱਕ ਕਨਾਲ ਦੇ ਪੋਲੀ ਹਾਊਸਸ ਲਗਾਏ ਜਾ ਰਹੇ ਨੇ, ਜੋ ਕਿ ਇੱਕ ਬਹੁਤ ਹੀ ਡੈਮੋਸਟ੍ਰੇਟ ਕਰਨ ਲਈ ਫਲ ਤੇ ਸਬਜ਼ੀਆਂ ਨੂੰ ਅੰਦਰ ਪ੍ਰੋਟੈਕਟਡ ਕੰਡੀਸ਼ਨਸ ਕਿੱਦਾਂ ਗਰੋ ਕਰਨਾ ਹੈ, ਜਾਂ ਅੰਡਰ ਟ੍ਰੇਨਿੰਗ ਲੈਂਦੇ ਹੋਏ ਆਪਣੇ ਸੈਂਟਰ ਆਫ ਐਕਸਲੈਂਸ ਕਰਤਾਰਪੁਰ ਤੋਂ ਟ੍ਰੇਨਿੰਗ ਲੈਂਦੇ ਹੋਏ, ਜਾਂ ਸੈਂਟਰ ਆਫ ਐਕਸਲੈਂਸ ਆਪਣਾ ਮੋਗਾ ਬੀੜ ਚੜਕ, ਉਹਨਾਂ ਤੋਂ ਟ੍ਰੇਨਿੰਗ ਲੈਂਦੇ ਹੋਏ ਇਹ ਇੱਕ ਕਨਾਲ ਦੇ ਪੋਲੀ ਹਾਊਸ ਇੱਕ ਐਗਜ਼ਾਮਪਲ ਸੈੱਟ ਕਰਨਗੇ ਪੂਰੇ ਪੰਜਾਬ ਵਿੱਚ। ਤੇ ਸੈਕੰਡਲੀ ਆਪਾਂ ਗੱਲ ਕਰੀਏ ਕੋਲਡ ਰੂਮਸ ਦੀ, ਪਹਿਲਾਂ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕੋਲਡ ਸਟੋਰਸ ਦਾ, ਜਿਹੜੇ ਕਿ ਵੱਡੇ ਕਿਸਾਨਾਂ ਲਈ ਹੈ, ਉਹ ਕਰੋੜਾਂ ਦੀ ਗੱਲ ਆ।
ਹੁਣ ਜੇ ਆਪਾਂ ਛੋਟੇ ਜਾਂ ਸੀਮਿਤ ਕਿਸਾਨਾਂ ਦੀ ਗੱਲ ਕਰੀਏ, ਗਰੀਬ ਘਰ ਦੇ ਕਿਸਾਨ, ਚਲੋ ਗਰੀਬ ਨਹੀਂ ਕਹਿੰਦੇ, ਆਪਾਂ ਸੀਮਿਤ ਕਹਿ ਲੈਂਦੇ ਆ, ਛੋਟੇ ਕਿਸਾਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਲਈ ਕੋਲਡ ਰੂਮਸ ਮੁਹੱਈਆ ਕਰਾਏ ਜਾ ਰਹੇ ਨੇ। ਠੀਕ ਹੈ। ਕੋਲਡ ਰੂਮਸ ਤੋਂ ਭਾਵ ਹੈਗੇ ਛੋਟੇ ਕੋਲਡ ਸਟੋਰਸ ਜੀ, ਜੋ ਕਿ 10 ਬਾਏ 10 ਦੇ ਇੱਕ ਛੋਟੇ ਕਮਰੇ ਨੇ, ਉਹ ਪੋਰਟੇਬਲ ਨੇ ਤੇ ਸਿੰਗਲ ਪਫ ਯੂਨਿਟਸ। ਉਹਨਾਂ ਨੂੰ ਆਪਾਂ ਕਿਸੇ ਵੀ ਆਪਣੇ ਜਿਹੜੇ ਖੇਤ ਦੇ ਨੇੜੇ ਜਿੱਥੇ ਸਬਜ਼ੀਆਂ ਦੇ ਫਲ ਲੱਗੇ ਹੋਏ ਨੇ ਉੱਥੇ ਫॉर ਟਾਈਮ ਬੀਇੰਗ ਰੱਖ ਸਕਦੇ ਆ, ਤੇ ਉਹ ਪੋਰਟੇਬਲ ਨੇ, ਉਹਨਾਂ ਨੂੰ ਆਪਾਂ ਬਾਅਦ ਚ ਮੂਵ ਵੀ ਕਰ ਸਕਦੇ ਆ। ਇਹਨਾਂ ਦੀ ਕੁੱਲ ਲਾਗਤ ਹੈਗੀ ਆ 3 ਲੱਖ ਰੁਪਏ ਦੀ। 3 ਲੱਖ ਚੋਂ 50% ਦੀ ਸਬਸਿਡੀ ਸਾਡੇ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ, ਜੋ ਕਿ 1.5 ਲੱਖ ਬਣ ਜਾਂਦੀ ਹੈ। ਉਸ ਤੋਂ ਇਲਾਵਾ AIF ਦੀ ਗੱਲ ਕਰੀਏ, ਐਗਰੀਕਲਚਰ ਇਨਫਰਾਸਟ੍ਰਕਚਰ ਫੰਡਸ, ਡਾਇਰੈਕਟਰ ਬਾਗਬਾਨੀ ਪੰਜਾਬ ਜੀ ਨੋਡਲ ਏਜੰਸੀ ਨੇ ਇਸ ਸਕੀਮ ਲਈ। AIF ਸਕੀਮ ਐਗਰੀਕਲਚਰ ਇਨਫਰਾਸਟ੍ਰਕਚਰ ਫੰਡਸ, ਇਹਦੇ ਵਿੱਚ ਗੋਦਾਮ ਹੋ ਗਏ, ਪ੍ਰਾਇਮਰੀ ਪ੍ਰੋਸੈਸਿੰਗ ਯੂਨਿਟਸ ਹੋ ਗਏ, ਪੈਕੇਜਿੰਗ ਯੂਨਿਟਸ ਹੋ ਗਏ, ਜਾਂ ਇੰਟੀਗ੍ਰੇਟਡ ਪੈਕ ਹਾਊਸ ਹੋ ਗਏ, ਆਪਣੇ ਕੋਲਡ ਸਟੋਰਸ ਹੋ ਗਏ ਵੱਖਰੇ ਵੱਖਰੇ। ਬਿਲਕੁਲ ਜੀ, ਬਿਲਕੁਲ ਠੀਕ ਹੈ। ਇਹ ਸਾਰੇ ਇਹਦੇ ਵਿੱਚ ਇਨਕਲੂਡਡ ਨੇ। ਤੇ ਇਹਦਾ ਮੁੱਖ ਜਿਹੜਾ ਮੰਤਵ ਹੈਗਾ ਆ ਉਹ ਹੈ, ਜੋ ਆਪਾਂ ਲੋਨ ਇੱਕ ਬੈਂਕ ਤੋਂ ਲੈ ਰਹੇ ਆ, ਉਹਦਾ ਰੇਟ ਆਫ ਇੰਟਰਸਟ ਜੇ ਤੁਹਾਨੂੰ ਉਹ 8 ਜਾਂ 9% ਕਰ ਰਿਹਾ ਹੈ, AIF ਸਕੀਮ ਰਾਹੀਂ ਜੇ ਤੁਸੀਂ ਲੋਨ ਲੈ ਰਹੇ ਹੋ ਤੇ ਸਿੱਧਾ 3% ਦੀ ਰਿਬੇਟ ਜਾਂ ਛੋਟ ਕਹਿ ਲਓ ਰੇਟ ਆਫ ਇੰਟਰਸਟ ਤੇ ਮਿਲ ਜਾਂਦੀ ਹੈ। ਜਿੰਨੀ ਤੁਹਾਨੂੰ ਜੋ ਵੀ ਤੁਸੀਂ ਪੱਕਾ ਸਟਰਕਚਰ ਕਿਸੇ ਵੀ ਤੁਸੀਂ ਖੇਤੀਬਾੜੀ ਜਾਂ ਬਾਗਬਾਨੀ ਚੋਂ ਕੋਈ ਵੀ ਪੱਕਾ ਸਟਰਕਚਰ ਲਈ ਤੁਸੀਂ ਲੋਨ ਲਿਆ ਬੈਂਕ ਚੋਂ, ਤੁਸੀਂ ਇਹ ਸਕੀਮ ਰਾਹੀਂ ਜੇ ਆਪਟ ਕਰਦੇ ਹੋ ਜਾਂ ਰਜਿਸਟਰ ਕਰਦੇ ਹੋ ਆਪਣੇ ਆਪ ਨੂੰ, ਰਜਿਸਟ੍ਰੇਸ਼ਨ ਲਈ ਬਹੁਤ ਹੀ ਸਿੰਪਲ ਤਰੀਕਾ ਹੈ। ਤੁਸੀਂ ਸਿੰਪਲ ਤੁਹਾਨੂੰ ਆਪਣਾ ਇੱਕ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਲੋੜ ਹੈ, ਜੋ ਕਿ ਤੁਸੀਂ ਡਾਇਰੈਕਟ ਜਾ ਕੇ ਰਜਿਸਟ੍ਰੇਸ਼ਨ ਕਰਾ ਕੇ ਉਸ ਤੋਂ ਬਾਅਦ ਨੋਡਲ ਏਜੰਸੀਜ਼, ਨਬਾਰਡ ਤੇ ਬੈਂਕ ਦਾ ਰਹਿ ਜਾਂਦਾ ਆ ਸਾਰੀ ਪ੍ਰੋਸੈਸ ਕਰਨ ਦਾ। ਤੇ ਇਸ ਵਿੱਚ 3% ਦੀ ਛੋਟ ਦੇ ਨਾਲ ਇੱਕ ਹੋਰ ਪਲੱਸ ਪੁਆਇੰਟ ਹੈ ਕਿ ਜੇ ਕਿਸੇ ਵੀ ਕਿਸਾਨ ਨੇ 8 ਜੁਲਾਈ 2020 ਜਾਂ ਉਸ ਤੋਂ ਬਾਅਦ ਕੋਈ ਵੀ ਲੋਨ ਬੈਂਕ ਤੋਂ ਲਿਆ ਹੋਵੇ, ਉਹ ਵੀ ਇਸ ਸਕੀਮ ਦੇ ਅੰਡਰ ਅਸੀਂ ਕਵਰ ਕਰ ਸਕਦੇ ਹਾਂ। ਜਾਂਦੇ ਜਾਂਦੇ ਆਪਾਂ ਜਸਪ੍ਰੀਤ ਜੀ ਗੱਲ ਕਰਾਂਗੇ, ਕਿਉਂਕਿ ਦੇਖੋ ਡੱਬਾਬੰਦੀ ਤਾਂ ਹੀ ਹੋਊ ਜੇ ਫਰੂਟ ਪਲਾਂਟਸ ਲੱਗਣਗੇ। ਟਾਈਮ ਆ ਗਿਆ, ਥੋੜਾ ਜਿਹਾ ਦੱਸ ਦਿਓ ਕਿਹੜੇ ਫਰੂਟ ਪਲਾਂਟਸ ਤੁਹਾਡਾ ਵਿਭਾਗ ਮੁਹੱਈਆ ਕਰਵਾ ਰਿਹਾ ਕਿਸਾਨ ਵੀਰਾਂ ਲਈ। ਸਾਡੇ ਸਰਕਾਰੀ ਬਾਗ ਤੇ ਨਰਸਰੀਆਂ, ਫਾਰਮ ਤੇ ਉਸ ਤੋਂ ਇਲਾਵਾ ਸੈਂਟਰ ਆਫ ਐਕਸਲੈਂਸ ਕਰਤਾਰਪੁਰ, ਬੀੜ, ਚੜਕ ਜਾਂ ਧੋਗੜੀ ਹੈ। ਇਹਨਾਂ ਵਿੱਚ ਆਪਣਾ ਪਲਾਂਟੇਸ਼ਨ ਜਾਂ ਬੂਟੇ ਲਾਉਣ ਦਾ ਸਮਾਂ 2 ਵਾਰੀ ਆ ਜਾਂਦਾ ਬੇਸਿਕ। ਇੱਕ ਡਿਸੀਡੀਅਸ ਜਦੋਂ ਪੱਤੇ ਝੜਦੇ ਨੇ ਦਸੰਬਰ ਜਨਵਰੀ, ਜਾਂ ਫਿਰ ਬਾਰਿਸ਼ਾਂ ਦਾ। ਹੁਣ ਬਾਰਿਸ਼ਾਂ ਹੋ ਕੇ ਗਈਆਂ ਨੇ ਤੇ ਸਾਡੇ ਵਿਭਾਗ ਵੱਲੋਂ ਬਹੁਤ ਪਲਾਂਟੇਸ਼ਨ 1.5 ਲੱਖ ਤੋਂ 2 ਲੱਖ ਦੀ ਪਲਾਂਟੇਸ਼ਨ ਮਾਨਯੋਗ ਬਾਗਬਾਨੀ ਮੰਤਰੀ ਅਤੇ ਡਾਇਰੈਕਟਰ ਬਾਗਬਾਨੀ ਜੀ ਵੱਲੋਂ ਕਰਾਈ ਗਈ ਹੈ। ਇਹਦੇ ਵਿੱਚ ਅੰਬ, ਲੀਚੀ, ਅਮਰੂਦ, ਸਿਟਰਸ ਦੇ ਸਾਰੇ ਬੂਟੇ ਆ ਗਏ, ਕੀਨੂ, ਮਾਲਟਾ, ਇਹ ਸਾਰੇ ਲਗਾਏ ਜਾਂਦੇ ਨੇ। ਤੇ ਉਸ ਤੋਂ ਇਲਾਵਾ ਡਿਸੀਡੀਅਸ ਬੂਟੇ ਜਦੋਂ ਪੱਤਾ ਝੜਦੇ ਨੇ ਦਸੰਬਰ ਜਨਵਰੀ ਦੇ ਜੇ ਗੱਲ ਕਰੀਏ, ਉਹ ਆੜੂ, ਨਾਖ, ਆਲੂ ਬੁਖਾਰਾ ਉਸ ਸਮੇਂ ਲਾਇਆ ਜਾਂਦਾ ਹੈ। ਤੇ ਇਹ ਸਾਡੇ ਨਰਸਰੀਆਂ ਜਾਂ ਖੇਤੀਬਾੜੀ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਬੂਟੇ ਮੁਹੱਈਆ ਕਰਾਏ ਜਾ ਸਕਦੇ ਨੇ। ਇਹ ਅੱਧੇ ਰੇਟ ਤੇ ਆਪਣੇ ਉਪਲਬਧ ਨੇ। ਜੀ ਜੀ ਜੀ। ਤੇ ਇਹਨਾਂ ਤੇ ਵੀ ਸਬਸਿਡੀ ਹੈ। ਜੇ ਤੁਸੀਂ ਨਵਾਂ ਬਾਗ ਲਾਉਂਦੇ ਹੋ, ਇਹਨਾਂ ਤੇ ਵੀ ਸਾਡੇ ਵਿਭਾਗ ਵੱਲੋਂ 35 ਤੋਂ 40% ਦੀ ਸਬਸਿਡੀ ਦਿੱਤੀ ਜਾਂਦੀ ਹੈ, ਜੋ ਕਿ 3 ਇੰਸਟਾਲਮੈਂਟ 3 ਸਾਲਾਂ ਵਿੱਚ ਤੁਹਾਨੂੰ ਆਵੇਗੀ। ਤੇ ਜੇ ਤੁਸੀਂ ਸਬਜ਼ੀਆਂ ਲਾਉਂਦੇ ਹੋ, ਕੋਈ ਵੀ ਹਾਈਬ੍ਰਿਡ ਤੁਸੀਂ ਮੂਲੀ, ਗਾਜਰ, ਗੋਭੀ, ਕੋਈ ਵੀ ਸਬਜ਼ੀ ਤੁਸੀਂ ਖੇਤ ਵਿੱਚ ਲਾਉਂਦੇ ਹੋ, ਤੇ 1 ਕਿੱਲੇ ਪਿੱਛੇ 8000 ਦੀ ਸਬਸਿਡੀ ਹੈ। ਮਾਰਕੀਟਿੰਗ ਦਾ ਵਿਸ਼ਾ ਤਾਂ ਬਹੁਤ ਵੱਡਾ ਆ, ਪਰ ਜੇ ਅਸੀਂ ਕੁਆਲਿਟੀ ਦੀ ਪ੍ਰੋਡਕਟ ਪੈਦਾ ਕਰਦੇ ਹਾਂ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਪ੍ਰੋਡਿਊਸ ਆ ਜਿਹੜੀ ਉਹ ਹੱਥੋਂ ਹੱਥੀ ਵਿਕ ਜਾਂਦੀ ਹੈ। ਸੋ ਮੈਂ ਉਮੀਦ ਕਰਦਾ ਕਿ ਡਾਕਟਰ ਜਸਪ੍ਰੀਤ ਕੌਰ ਹੋਣਾ ਦੇ ਦੱਸੇ ਹੋਏ ਨੁਕਤਿਆਂ ਦੇ ਉੱਤੇ ਤੁਸੀਂ ਚੱਲੋਗੇ, ਬਾਗਬਾਨੀ ਵਿਭਾਗ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਆਪਣੀ ਆਮਦਨ ਦੇ ਵਿੱਚ ਵਾਧਾ ਕਰੋਗੇ, ਪ੍ਰੋਸੈਸਿੰਗ ਤੇ ਮਾਰਕੀਟਿੰਗ ਦੀ ਟ੍ਰੇਨਿੰਗ ਲੈ ਕੇ ਅੱਗੇ ਵਧੋਗੇ। ਜਸਪ੍ਰੀਤ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੁਹਾਡਾ ਇੰਨੀ ਜਾਣਕਾਰੀ देने ਲਈ बहुत बहुत धन्यवाद। माननीय प्रधानमंत्री श्री नरेंद्र मोदी जी के दूरदर्शी नेतृत्व में पिछले 8 सालों में कृषि एवं इससे जुड़े क्षेत्रों को आधुनिक बनाने और किसानों को सशक्त एवं आत्मनिर्भर बनाने के लिए कई महत्वपूर्ण कदम उठाए गए हैं। साल 2013-14 में जहां कृषि बजट केवल 21,933 करोड़ रुपए था, वहीं साल 2022-23 में इसे बढ़ाकर 1,24,000 करोड़ कर दिया गया। तभी तो साल 2013-14 में जहां खाद्यान्न उत्पादन 265.05 मिलियन टन था, वहीं साल 2021-22 के तीसरे अग्रिम अनुमान में ये बढ़कर रिकॉर्ड 314.51 मिलियन टन हो गया। वहीं साल 2013-14 में बागवानी फसलों का उत्पादन जहां 280 मिलियन टन था, वहीं साल 2021-22 में ये बढ़कर
333.25 मिलियन टन हो गया। किसानों की कृषि संबंधी जरूरतों के लिए पीएम किसान सम्मान निधि योजना लागू की गई। प्रधानमंत्री जो सम्मान निधि आती है ना, वो डायरेक्ट खाते में आती है, उसमें कोई दिक्कत नहीं, कोई व्यवधान नहीं। और फिर उसको निकाल के हम बाजरा को भी ले आते हैं, गेहूं को भी ले आते हैं, सरसों को भी ले आते हैं। बातें हमारे जो खेल चल तो बढ़िया। अब तक 11.37 करोड़ से भी ज्यादा पात्र किसानों को 2 लाख करोड़ रुपए से भी ज्यादा राशि ट्रांसफर की जा चुकी है। किसानों को प्राकृतिक आपदा और बेमौसम बारिश से होने वाले फसल नुकसान से बचाने के लिए प्रधानमंत्री फसल बीमा योजना की शुरुआत की गई। हमने 1800 रुपये प्रीमियम भरा था। अधिक वर्षा होने की वजह से पूरी फसल खराब हो गई थी। उसका हमने इंश्योरेंस कंपनी को उनको सूचना दी और उनके प्रतिनिधि आके हमारे खेतों का निरीक्षण किया उन्होंने, और उसके बाद में फिर हमारा बीमा 2022 में 76,000 रुपये मुझे प्राप्त हुआ। अब तक 10.69 करोड़ से ज्यादा आवेदक किसानों को 1,18,195 करोड़ रुपए से भी ज्यादा का भुगतान किया गया है। साल 2014 के मुकाबले अब किसानों को दलहन, तिलहन और धान की उत्पादन लागत से 1.5 गुना ज्यादा एमएसपी दिया जा रहा है। इस बढ़े हुए एमएसपी दर पर साल 2020-21 में 991 लाख मीट्रिक टन से ज्यादा गेहूं व धान की खरीद हुई। 2,44,159 करोड़ रुपए मूल्य की गेहूं व धान की फसलों की रिकॉर्ड खरीदी हुई, जिससे 1.75 करोड़ से भी अधिक किसानों को फायदा हुआ। एग्री इंफ्रास्ट्रक्चर फंड के तहत 1 लाख करोड़ रुपए की मदद से कृषि और इससे संबंधित बुनियादी ढांचों को विकसित किया जा रहा है। AIF के थ्रू हमको लोन मिला, जिससे ये मिल चल रही है। इस क्षेत्र में ऐसी और भी मिलें और भी प्रोजेक्ट हैं जो चल रहे हैं। ये सरकार का बहुत अच्छा इनिशिएटिव है, जिससे गांव में खुशहाली आ रही है। 313.58 लाख से भी ज्यादा नए किसान क्रेडिट कार्ड जारी किए गए। मिट्टी में पोषक तत्वों के अधिकतम उपयोग करने के लिए किसानों को सॉइल हेल्थ कार्ड जारी करने की शुरुआत की गई। विभिन्न चरणों में अब तक 23 करोड़ से भी ज्यादा सॉइल हेल्थ कार्ड्स जारी किए जा चुके हैं। किसान की आय में बढ़ोतरी करने और पर्यावरण को स्वस्थ रखने के लिए परंपरागत कृषि विकास योजना को बढ़ावा दिया गया। ये गंगा के किनारे जैविक खेती करना ये बहुत ही जरूरी जो सरकार का उपक्रम है। प्रदूषण फैलता है, उससे भी उसको राहत मिलती है और इस तरह से फसल भी अच्छी होती है और उसकी गुणवत्ता भी अच्छी होती है। खेत स्तर पर जल उपयोग दक्षता बढ़ाने हेतु सूक्ष्म सिंचाई के प्रोत्साहन हेतु प्रति बूंद अधिक फसल योजना क्रियान्वित की जा रही है। 10,000 से ज्यादा नए FPO का गठन और उसका संवर्धन किया जा रहा है। मैं FPO का डायरेक्टर हूँ। मेरा FPO पूरा हो गया है। 3,02,000 रुपया किसान का है शेयर होल्डर और 3,02,000 रुपया सरकार दी है। उससे हम लोग खाद बीज का दुकान किया हूँ। किसानों को उनकी फसल का उचित मूल्य दिलाने के लिए देश भर की मंडियों को आपस में ई-नाम प्लेटफॉर्म से जोड़ा जा रहा है। ग्रामीण स्तर पर रोजगार को बढ़ावा देने के लिए राष्ट्रीय मधुमक्खी पालन और शहद मिशन की शुरुआत की गई। देश को खाद्य तेल में आत्मनिर्भर बनाने के लिए राष्ट्रीय खाद्य तेल मिशन की शुरुआत की गई। इसके तहत 11,000 करोड़ रुपए से भी ज्यादा की राशि आवंटित की गई है। संवेदनशील कृषि उत्पादों की आवाजाही के लिए किसान रेल चलाई जा रही है। बहुत शीघ्र खराब होने वाले फल, सब्जियों एवं अन्य बागवानी उत्पादों की आवाजाही को सुनिश्चित करने के लिए किसान रेल का संचालन होने से किसानों को लाभ हो रहा है। कृषि को आधुनिक बनाने के लिए स्मार्ट उपकरण उपलब्ध करवाए जा रहे हैं। इसके अलावा सिंचाई, कीटनाशकों और पोषक तत्वों के छिड़काव के लिए ड्रोन टेक्नोलॉजी को भी अपनाया जा रहा है। हमारी सरकार किसानों के हित में हर संभव कदम उठा रही है। लगातार एक के बाद एक नए कदम उठाती जा रही है। कृषि में रिफॉर्म और ट्रांसफॉर्म के 8 साल शानदार प्रदर्शन से उपलब्धियां बेमिसाल।